Good morning, students. Today we start our next topic. What happens in a reflex action? Under the chapter number 7, control and coordination. देखो राजे रिफ्लैक्स एक्शन किमें हुंदा ये समझण तो पहला तुहानूं ये पता होना जरूरी है कि रिफ्लैक्स एक्शन हुंदा की है। ते रिफ्लैक्स एक्शन नूं दस्सण तो पहला तुहाडे कोल कुछ कुछ एग्जांपल्स ने उन्हां नूं माइंड 'च रखना। फॉर एग्जांपल तुसीं कुछ बोलना चाह रहे हो, बोल रहे हो। सैकेंड तुसीं तुर रहे हो, वॉक करते हो, ठीक है जी। तुसीं कोई भी गेम कर रहे हो, मतलब कोई भी एक्टिविटी इदां दी जो तुसीं सोच समझ के अपनी मर्जी नाल कर रहे हो। इहदे ऑपोजिट आ तुहाडे कोल फॉर एग्जांपल रेस्पिरेशन, डाइजैशन, हार्ट बीट कह लो तुहाडी, ठीक है जी। इस तो बिना आपां कह सकते हैं भुख लगना, स्नीजिंग, ठीक है। ये ब्लिंकिंग ऑफ आइज़, ये वो एग्जांपल्स ने जिथे तुहाडी मर्जी नहीं चलती, मतलब कि अपने आप तुहानूं ऑटोमैटिक भुख लगदी आ, ठीक है जी। सैकेंडली हार्ट तुहाडा कंटीन्यूअसली बीट करदा रहिंदा, तुहाडी इहदे च कोई मर्जी नहीं कि नहीं बीट करना तो ना कर, ठीक है। तो जां आइज़ ब्लिंक करदे हो ऑटोमैटिक हो जांदियां, जां फिर आपां कह सकते हैं जो अपन स्नीजिंग होंदी है वो भी ऑटोमैटिक होंदी है। ये दोनों कंडीशनस एक दूजे तो ऑपोजिट है। तो फस्ट ऑफ ऑल तुहानूं पता होना चाहिए राजे कि ਜਿਹੜੇ प्रोसैसिस अपनी मर्जी के नाल हुंदे आ, ठीक है, जिद्दां आपां तुर रहे हैं, आपां लिख रहे हैं, आपां बोल रहे हैं, ठीक है, उन्हां सारे एक्शनस नूं की बोलदे हैं आपां वॉलंटरी एक्शनस। ਇਹਦੇ ऑपोजिट जो काम आपां अपनी मर्जी तो बिना करदे आ ऑटोमैटिक अपनी बॉडी करवाउंदी आ अपने तो जां अपने आप करदी आ, उन्हां सारे एक्शनस नूं की बोलदे आ आपां इनवॉलंटरी एक्शनस। ओके, हुण देखो राजे स्नीजिंग वगैरह सी, हार्ट बीट सी, वो की अपने कोल इनवॉलंटरी एक्शन। वॉलंटरी एक्शनस तुहानूं पता लग गया। हुण इहदे च मेन चीज़ आउंदी है कि एक काम अपनी मर्जी नाल हुंदे आ, एक अपनी मर्जी तो बिना हुंदे आ। ਜਿਹੜੇ ਕੰਮ ਆਪਣੀ ਮਰਜ਼ੀ ਤੋਂ ਬਿਨਾ ਹੁੰਦੇ ਆ ਮੀਨਸ ਕਿ ਇਨਵੋਲੰਟਰੀ ਐਕਸ਼ਨਸ, ਉਹਨੂੰ ਕੌਣ ਕੰਟਰੋਲ ਕਰਦਾ ਵਾ? ਰਿਫਲੈਕਸ ਐਕਸ਼ਨ, ਠੀਕ ਆ। ਇਹ ਦਿਮਾਗ 'ਚ ਰੱਖਣਾ, ਰਿਫਲੈਕਸ ਐਕਸ਼ਨ। ਹੁਣ ਰਿਫਲੈਕਸ ਐਕਸ਼ਨ ਕੀ ਆ? ਇਹ ਸਿੰਪਲ ਆਪਣੀ ਬੋਡੀ ਦੇ ਵਿੱਚ ਅਚਾਨਕ ਹੀ ਆਟੋਮੈਟਿਕ ਰੈਪਿਡਲੀ ਬਹੁਤ ਫਾਸਟ ਰਿਸਪੌਂਸ ਆ ਕਿਸੇ ਵੀ ਸਟਿਮੂਲਾਈ ਤੋਂ। ਹੁਣ ਤੁਸੀਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਸਟਿਮੂਲਾਈ ਕੀ ਹੁੰਦਾ। ਇਨਵਾਇਰਮੈਂਟ ਤੋਂ ਕੋਈ ਵੀ ਮੈਸੇਜ ਤੁਹਾਡੀ ਬੋਡੀ ਤੱਕ ਪਹੁੰਚਦਾ, ਫੋਰ ਐਗਜ਼ਾਮਪਲ ਕਿ ਤੁਸੀਂ ਤੁਰੇ ਜਾ ਰਹੇ ਹੋ, ਤੁਹਾਡੇ ਪੈਰ ਦੇ ਵਿੱਚ ਕੋਈ ਕਿੱਲ ਚੁੱਭ ਗਈ, ਠੀਕ ਆ, ਜਾਂ ਕੋਈ ਪੱਥਰ ਕੰਕੜ ਚੁੱਭ ਗਿਆ, ਤਾਂ ਤੁਹਾਨੂੰ ਇੱਕਦਮ ਪਤਾ ਲੱਗਦਾ, ਮੈਸੇਜ ਜਾਂਦਾ, ਫਟਾਫਟ ਤੁਸੀਂ ਪੈਰ ਪਿੱਛੇ ਰੱਖ ਲੈਂਦੇ ਹੋ। ਇਸੇ ਤਰ੍ਹਾਂ ਪਏ ਪਏ ਤੁਹਾਡਾ ਜਿਹੜਾ ਬੋਡੀ ਦਾ ਕੋਈ ਪਾਰਟ ਹੈ ਕਿਸੇ ਬਹੁਤ ਹੀ ਗਰਮ ਚੀਜ਼ ਨੂੰ ਟੱਚ ਕਰ ਗਿਆ, ਦੈਨ ਤੁਹਾਨੂੰ ਮੈਸੇਜ ਮਿਲਿਆ, ਤੁਸੀਂ ਫਟਾਫਟ ਆਪਣੀ ਬੋਡੀ ਪਾਰਟ ਨੂੰ ਮੂਵ ਕਰ ਲਓਗੇ, ਠੀਕ ਆ। ਤਾਂ ਉਹ ਜਿਹੜੀ ਚੀਜ਼ ਗਰਮ ਤੁਹਾਨੂੰ ਲੱਗੀ ਜਾਂ ਤੁਹਾਡੇ ਪੈਰ 'ਚ ਕੁਛ ਚੁੱਭਿਆ, ਉਹ ਸਟਿਮੂਲਾਈ ਸੀ, ਇਨਵਾਇਰਮੈਂਟ ਤੋਂ ਤੁਹਾਨੂੰ ਕੋਈ ਮੈਸੇਜ ਮਿਲਿਆ, ਤੁਹਾਡੀ ਬੋਡੀ ਨੇ ਉਹ ਮੈਸੇਜ ਨੂੰ ਰਿਸੀਵ ਕੀਤਾ, ਦੈਨ ਉਹਦੇ 'ਤੇ ਰਿਐਕਸ਼ਨ ਕੀਤੀ, ਪ੍ਰਤੀਕਿਰਿਆ ਕੀਤੀ, ਉਹਨੂੰ ਰਿਸਪੌਂਡ ਕੀਤਾ। ਅਤੇ ਇਸ ਪੂਰੇ ਕੰਮ ਨੂੰ ਆਪਾਂ ਕੀ ਬੋਲ ਦਿੰਦੇ ਹਾਂ? ਰਿਫਲੈਕਸ ਐਕਸ਼ਨ। ਕਿ ਆਪਣੀ ਬੋਡੀ ਆਟੋਮੈਟਿਕਲੀ ਬਹੁਤ ਹੀ ਜ਼ਿਆਦਾ ਫਾਸਟ, ਕਹਿ ਸਕਦੇ ਹਾਂ ਰੈਪਿਡਲੀ, ਕਿਸੇ ਵੀ ਸਟਿਮੂਲਾਈ ਨੂੰ ਰਿਸਪੌਂਡ ਕਰਦੀ ਆ, ਦੈਨ ਉਸ ਪ੍ਰੋਸੈਸ ਨੂੰ, ਉਸ ਪ੍ਰਕਿਰਿਆ ਨੂੰ, ਉਸ ਫਿਨੋਮੀਨਾ ਨੂੰ ਕੀ ਕਹਿ ਦਿੰਦੇ ਆਪਾਂ? ਰਿਫਲੈਕਸ ਐਕਸ਼ਨ। ਓਕੇ ਬੇਟਾ, ਆਈ ਹੋਪ ਕਿ ਤੁਹਾਨੂੰ ਪਤਾ ਲੱਗ ਗਿਆ ਹੋਣਾ ਸਟਿਮੂਲਾਈ ਕੀ ਹੁੰਦਾ, ਰਿਸਪੌਂਡ ਕੀ ਹੁੰਦਾ, ਦੈਨ ਰਿਫਲੈਕਸ ਐਕਸ਼ਨ ਕੀ ਹੁੰਦਾ। ਹੁਣ ਜੇ ਆਪਾਂ ਗੱਲ ਕਰਦੇ ਹਾਂ ਕਿ ਇਹ ਜਿਹੜਾ ਰਿਫਲੈਕਸ ਐਕਸ਼ਨ ਆ ਇਹ ਕਿਹਦੇ ਨਾਲ ਕਨੈਕਟਡ ਆ? ਇਨਵੋਲੰਟਰੀ ਐਕਸ਼ਨਸ। ਕਿ ਜੋ ਚੀਜ਼ਾਂ ਆਪਣੇ ਆਪ ਹੁੰਦੀਆਂ ਉਹਦੇ ਨਾਲ ਕਨੈਕਟਡ ਆ। ਆਪਣੀ ਮਰਜ਼ੀ ਦੇ ਨਾਲ ਜੋ ਚੀਜ਼ਾਂ ਹੁੰਦੀਆਂ ਉਹਦੇ ਨਾਲ ਰਿਫਲੈਕਸ ਐਕਸ਼ਨ ਨਹੀਂ ਕੰਮ ਕਰਦਾ, ਉਹ 'ਚ ਸਿੰਪਲ ਨਰਵਸ ਸਿਸਟਮ ਕੰਮ ਕਰਦਾ। ਨਰਵਸ ਸਿਸਟਮ ਜਿਹਨੂੰ ਆਪਾਂ ਨਾੜੀ ਤੰਤਰ ਪ੍ਰਣਾਲੀ ਕਹਿ ਦਿੰਦੇ ਹਾਂ, ਜਿਹਦੇ ਵਿੱਚ ਕੀ ਆ? ਆਪਣੇ ਬ੍ਰੇਨ ਦੀਆਂ ਨਰਵਸ ਕੰਮ ਕਰਦੀਆਂ ਵਾ ਅਤੇ ਬੋਡੀ ਦੀਆਂ ਨਰਵਸ ਕੰਮ ਕਰਦੀਆਂ ਵਾ। ਅਤੇ ਜੇ ਆਪਾਂ ਬੇਟਾ ਜੀ ਗੱਲ ਕਰੀਏ ਕਿ ਰਿਫਲੈਕਸ ਐਕਸ਼ਨ ਕਿਵੇਂ ਹੁੰਦਾ, ਤਾਂ ਆਪਾਂ ਇਹ ਕਹਿ ਸਕਦੇ ਹਾਂ the pathway or route taken by the nerve impulse in the reflex action। ਕਿ ਰਿਫਲੈਕਸ ਐਕਸ਼ਨ ਦੇ ਵਿੱਚ ਜਿਹੜੀਆਂ ਆਪਣੀਆਂ ਨਰਵਸ ਨੇ ਉਹ ਜਿਹੜਾ ਰੂਟ ਫੋਲੋ ਕਰਦੀਆਂ, ਜਿਹੜਾ ਪਾਥ ਫੋਲੋ ਕਰਦੀਆਂ, ਜਿਹੜਾ ਰਸਤਾ ਫੋਲੋ ਕਰਦੀਆਂ ਵਾ, ਉਸ ਪਾਥ ਨੂੰ ਆਪਾਂ ਕੀ ਬੋਲ ਦਾਂਗੇ? ਰਿਫਲੈਕਸ ਆਰਕ। ਤਾਂ ਰਿਫਲੈਕਸ ਐਕਸ਼ਨ ਕਿਵੇਂ ਹੁੰਦਾ? ਥਰੂ ਦਾ ਰਿਫਲੈਕਸ ਆਰਕ। ਤਾਂ ਇੱਥੇ ਤੁਹਾਡੇ ਕੋਲ ਡਾਇਗਰਾਮ ਆ, ਦਿਸ ਵਨ ਜੀ, ਡਾਇਗਰਾਮ ਵੱਲ ਦੇਖੋ ਧਿਆਨ ਨਾਲ। ਦੇਖੋ ਰਾਜੀ, ਇਹਦੇ 'ਚ ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਆ ਕਿ
ਸਡਨਲੀ ਤੁਹਾਡੇ ਹੈਂਡ ਨੂੰ ਕੋਈ ਹੌਟ ਆਬਜੈਕਟ ਲੱਗ ਜਾਂਦਾ, ਮੀਨਸ ਕਿ ਸਟੀਮ ਲੱਗ ਗਈ ਤੁਹਾਨੂੰ, ਤਾਂ ਤੁਹਾਡੀ ਬੋਡੀ ਕੀ ਕਰੂ, ਬਿਲਕੁਲ ਹੱਥ ਪਿੱਛੇ ਖਿੱਚਾਂਗੇ। ਠੀਕ ਆ, ਇਹ ਮੈਥਡ ਕਿਵੇਂ ਆ, ਇਹ ਪੂਰੇ ਸਿਸਟਮ ਨੂੰ ਦੇਖੋ ਪਾਥਵੇ ਦਿਖਾਇਆ ਹੋਇਆ ਨਾ ਕਿ ਕਿਵੇਂ ਕਿਵੇਂ ਮੈਸੇਜ ਜਾਂਦਾ। ਇਹਨੂੰ ਕੀ ਬੋਲਦੇ ਨੇ, ਰਿਫਲੈਕਸ ਆਰਕ। ਐਂਡ ਇਸ ਪੂਰੇ ਫਿਨੋਮੀਨਾ ਨੂੰ ਕੀ ਬੋਲਦੇ ਨੇ ਆਪਾਂ, ਜਿਹੜਾ ਰਿਫਲੈਕਸ ਆਰਕ ਦਾ ਫਿਨੋਮੀਨਾ ਉਹਨੂੰ ਆਪਾਂ ਨਾਮ ਦੇ ਦਿੰਦੇ ਹਾਂ ਰਿਫਲੈਕਸ ਐਕਸ਼ਨ। ਹੁਣ ਰਿਫਲੈਕਸ ਆਰਕ ਦੇ ਵਿੱਚ ਜਾਂ ਰਿਫਲੈਕਸ ਐਕਸ਼ਨ 'ਚ ਕਿਹੜੀਆਂ ਚੀਜ਼ਾਂ ਕੰਮ ਕਰਦੀਆਂ, ਸਭ ਤੋਂ ਪਹਿਲਾਂ ਇਹ 'ਚ ਮੇਨ ਦੋ ਚੀਜ਼ਾਂ ਦਾ, ਇਹਦਾ ਪ੍ਰਿੰਸੀਪਲ ਦੋ ਚੀਜ਼ਾਂ 'ਤੇ ਡਿਪੈਂਡ ਕਰਦਾ, ਸਟਿਮੂਲਾਈ ਐਂਡ ਰਿਸਪੌਂਸ। ਠੀਕ ਹੈ ਜੀ, ਰਿਸਪੌਂਸ ਕਹਿ ਲਓ, ਰਿਸਪੌਂਡ ਕਹਿ ਲਓ, ਦੋਨੋਂ ਟਰਮ ਸੇਮ ਹੀ ਆ। ਤਾਂ ਇਹਦੇ 'ਚ ਚੀਜ਼ਾਂ ਕਿਹੜੀਆਂ ਇਨਵੋਲਵ ਹੁੰਦੀਆਂ, ਸੈਂਸਰੀ ਨਿਊਰੋਨ, ਮੋਟਰ ਨਿਊਰੋਨ, ਰਿਸੈਪਟਰਸ ਐਂਡ ਦਾ ਸਪਾਈਨਲ ਕੋਰਡ। ਸਪਾਈਨਲ ਕੋਰਡ ਐਂਡ ਦਾ ਬ੍ਰੇਨ। ਮੇਨ ਕਿੰਨੀਆਂ ਚੀਜ਼ਾਂ ਕੰਮ ਕਰਦੀਆਂ ਦੇਖੋ ਰਾਜੇ, ਰਿਸੈਪਟਰਸ, ਸੈਂਸਰੀ ਨਿਊਰੋਨ, ਸਪਾਈਨਲ ਕੋਰਡ, ਬ੍ਰੇਨ, ਮੋਟਰ ਨਿਊਰੋਨ। ਮੀਨਸ 5 ਕੰਪੋਨੈਂਟਸ ਨੇ ਇਹਦੇ। ਸਭ ਤੋਂ ਪਹਿਲਾਂ ਦੇਖੋ ਰਾਜੇ ਰਿਸੈਪਟਰਸ ਕੀ ਹੁੰਦੇ ਨੇ, ਰਿਸੈਪਟਰਸ ਕੀ ਆ, ਸੈਲਸ, ਗਰੁੱਪ ਆਫ ਸੈਲਸ ਔਰ ਟਿਸ਼ੂਜ਼। ਠੀਕ ਆ, ਜਿਹੜੇ ਕਿ ਕਿਸੇ ਸਟਿਮੂਲਾਈ ਨੂੰ ਰਿਸੀਵ ਕਰਦੇ ਆ ਉਹਨਾਂ ਨੂੰ ਆਪਾਂ ਕੀ ਬੋਲ ਦਿੰਦੇ ਆ, ਰਿਸੈਪਟਰਸ। ਜਿੱਦਾਂ ਫੋਰ ਐਗਜ਼ਾਮਪਲ ਆਪਣੀ ਸਕਿਨ ਆ, ਕੁਛ ਵੀ ਫੀਲ ਕਰਦੀ ਹੈ, ਸੈਂਸ ਔਰਗਨ ਆ ਨਾ, ਇਹ ਕੁਛ ਫੀਲ ਕਰਦੀ ਹੈ, ਕਿਉਂ, ਕਿਉਂਕਿ ਇਹਦੇ ਉੱਪਰ ਰਿਸੈਪਟਰ ਸੈਲਸ ਹੁੰਦੇ ਨੇ। ਠੀਕ ਆ, ਤੁਹਾਡੀ ਟੰਗ ਆ, ਟੰਗ ਟੇਸਟ ਨੂੰ ਰਿਸੀਵ ਕਰਦੀ ਹੈ ਬਿਕੋਜ਼ ਇਹਦੇ ਉੱਪਰ ਸਪੈਸ਼ਲ ਤਰ੍ਹਾਂ ਦੇ ਸੈਲਸ ਨੇ ਜਿਨ੍ਹਾਂ ਕੋਲ ਰਿਸੈਪਟਰ ਆ, ਜਿਹੜੇ ਇਕੱਲੇ ਟੇਸਟ ਨੂੰ ਰਿਕੋਗਨਾਈਜ਼ ਕਰਦੇ ਆ, ਟੇਸਟ ਬਰਡਸ ਹੁੰਦੇ ਆ। ਓਕੇ, ਤਾਂ ਰਿਸੈਪਟਰਸ ਕੀ ਆ, ਗਰੁੱਪ ਆਫ ਸੈਲਸ ਔਰ ਟਿਸ਼ੂਜ਼ ਦੈਟ ਰਿਸਪੌਂਡ ਟੂ ਐਨੀ ਸਟਿਮੂਲਾਈ ਐਂਡ ਰਿਸੀਵ ਦੈਮ ਐਂਡ ਡਿਟੈਕਟ ਦੈਮ। ਮਤਲਬ ਕਿਸੇ ਸਟਿਮੂਲਾਈ ਨੂੰ ਪ੍ਰਾਪਤ ਕਰਦੇ ਆ, ਉਹਦੇ ਬਾਰੇ ਸੋਚਦੇ ਆ, ਉਹਦੇ ਬਾਰੇ ਫੈਸਲਾ ਲੈਂਦੇ ਨੇ ਤੇ ਉਹਦੇ 'ਤੇ ਪ੍ਰਤੀਕਿਰਿਆ ਕਰਦੇ ਆ। ਠੀਕ ਆ, ਤਾਂ ਤੁਹਾਡੀ ਸਕਿਨ ਸੀ, ਪਹਿਲਾਂ ਦੇਖੋ ਇਹ ਪੈਨ ਸੀ, ਪੈਨ ਦੇ ਵਿੱਚ ਬੋਇਲਡ ਮਟੀਰੀਅਲ ਆ ਕੋਈ ਵੀ, ਇਹ ਜਦੋਂ ਗਰਮ ਸਟੀਮ ਲੱਗੀ ਆਪਣੀ ਬੋਡੀ ਨੂੰ ਟੱਚ ਹੋਈ ਤਾਂ ਬੋਡੀ ਦੇ ਰਿਸੈਪਟਰ ਸੈਲਸ ਐਕਟੀਵੇਟ ਹੋਏ। ਉਹ ਰਿਸੈਪਟਰ ਸੈਲਸ ਦੇ ਨਾਲ ਆਪਾਂ ਕੱਲ ਪੜ੍ਹਿਆ ਸੀ ਕਿ ਬੋਡੀ ਦੇ ਹਰ ਇੱਕ ਪਾਰਟ ਦੇ ਕੋਲ ਨਿਊਰੋਨਸ ਹੁੰਦੇ ਨੇ, ਨਰਵਸ ਹੁੰਦੀਆਂ ਵਾ। ਨਿਊਰੋਨ ਮੀਨਸ ਨਰਵ ਸੈੱਲ ਹੁੰਦੇ ਨੇ। ਉਹ ਨਰਵ ਸੈਲਸ ਦੇ ਵਿੱਚ ਤਿੰਨ ਤਰ੍ਹਾਂ ਦੀਆਂ ਨਰਵਸ ਹੁੰਦੀਆਂ, ਸੈਂਸਰੀ, ਮੋਟਰ ਤੇ ਮਿਕਸਡ। ਠੀਕ ਆ, ਹੁਣ ਇਹ ਜਿਹੜੇ ਰਿਸੈਪਟਰ ਸੈਲਸ ਸੀਗੇ ਇਹਨਾਂ ਨੇ ਸੈਂਸਰੀ ਨਰਵਸ ਨੂੰ ਐਕਟੀਵੇਟ ਕੀਤਾ। ਐਕਟੀਵੇਟ ਮੀਨਸ ਕਿ ਜਗਾਇਆ। ਸੈਂਸਰੀ ਨਰਵਸ ਕੀ ਕਰਦੇ ਆ, ਜਾਂ ਸੈਂਸਰੀ ਨਿਊਰੋਨਸ, ਇਹ ਮੈਸੇਜ ਨੂੰ ਰਿਸੈਪਟਰ ਤੋਂ ਲੈ ਕੇ ਸਪਾਈਨਲ ਕੋਰਡ ਤੱਕ ਲੈ ਕੇ ਜਾਂਦੇ ਆ, ਮਤਲਬ ਸਟਿਮੂਲਾਈ ਨੂੰ ਅੱਗੇ ਪਾਸ ਕਰਦੇ ਆ। ਫਿਰ ਇਹ ਮੈਸੇਜ ਪਹੁੰਚ ਚੁੱਕਿਆ ਸਪਾਈਨਲ ਕੋਰਡ ਕੋਲੇ। ਸਪਾਈਨਲ ਕੋਰਡ ਰਾਜੇ ਕੀ ਹੁੰਦੀ ਆ, ਤੁਹਾਡੀ ਜਿਹੜੀ ਰੀੜ੍ਹ ਦੀ ਹੱਡੀ ਹੁੰਦੀ ਆ, ਬੈਕਬੋਨ, ਉਹਦੇ ਅੰਦਰ ਇੱਕ ਸੌਫਟ ਜਿਹਾ ਟਿਸ਼ੂ ਹੁੰਦਾ ਹੈ। ਇਹ ਡਾਇਰੈਕਟ ਬ੍ਰੇਨ ਦੇ ਨਾਲ ਅਟੈਚ ਹੁੰਦੀ ਆ ਤੇ ਇਹ ਫਲੂਇਡ ਮਟੀਰੀਅਲ ਹੋਣ ਕਰਕੇ, ਜਿਵੇਂ ਆਪਾਂ ਕੱਲ ਪੜ੍ਹਿਆ ਸੀ ਵੀ ਆਪਣੀ ਬੋਡੀ ਦੇ ਵਿੱਚ ਜਿਹੜਾ ਮੈਸੇਜ ਅੱਗੇ ਪਾਸ ਹੁੰਦਾ, ਦੋ ਤਰੀਕਿਆਂ 'ਚ ਪਾਸ ਹੁੰਦਾ, ਇਲੈਕਟ੍ਰਿਕ ਇੰਪਲਸ ਐਂਡ ਕੈਮੀਕਲ ਇੰਪਲਸ ਦੀ ਫਾਰਮ ਦੇ ਵਿੱਚ। ਤਾਂ ਬਹੁਤ ਫਾਸਟ ਮੈਸੇਜ ਅੱਗੇ ਪਾਸ ਹੁੰਦਾ। ਸਪਾਈਨਲ ਕੋਰਡ ਕੋਲੇ ਜਿਹੜਾ ਵੀ ਮੈਸੇਜ ਗਿਆ ਉਹਨੇ ਫਟਾਫਟ ਬ੍ਰੇਨ ਨੂੰ ਮੈਸੇਜ ਪਹੁੰਚਾਤਾ। ਦੈਨ ਬ੍ਰੇਨ ਆਪਣਾ ਕੀ ਆ, ਥਿੰਕਿੰਗ ਏਰੀਆ। ਬ੍ਰੇਨ ਕੀ ਕਰਦਾ ਵਾ, ਸੋਚਦਾ ਵਾ, ਥਿੰਕਿੰਗ ਏਰੀਆ ਵਾ। ਤਾਂ ਬ੍ਰੇਨ ਨੇ ਕੀ ਕੀਤਾ, ਉਹਦੇ ਮੈਸੇਜ ਦੀ ਪ੍ਰਤੀਕਿਰਿਆ ਕੀਤੀ, ਰਿਸਪੌਂਸ ਕੀਤਾ। ਦੈਨ ਰਿਸਪੌਂਸ ਕਰਕੇ ਜਦੋਂ ਇਹਨੇ ਵਾਪਸ ਜਾਣਾ, ਇਹ ਦੇਖੋ ਰਾਜੇ ਇੱਥੇ ਲਿਖਿਆ ਰਿਲੇ ਨਿਊਰੋਨ, ਇਹਨੂੰ ਆਪਾਂ ਲਿਖ ਸਕਦੇ ਹਾਂ ਮਿਕਸਡ ਨਿਊਰੋਨ ਵੀ। ਓਕੇ, ਇਹਨੇ ਹੁਣ ਕੀ ਕਰਨਾ, ਇੱਥੇ ਮੈਸੇਜ ਟਰਾਂਸਫਰ ਹੋਇਆ। ਪਹਿਲਾਂ ਜਿਹੜਾ ਸਟਿਮੂਲਾਈ ਸੀ ਉਹ ਗਿਆ ਸਪਾਈਨਲ ਕੋਰਡ ਤੋਂ ਬ੍ਰੇਨ, ਹੁਣ ਜਿਹੜਾ ਬ੍ਰੇਨ ਨੇ ਡਿਸੀਜ਼ਨ ਲਿਆ ਉਹ ਇੱਥੇ ਮਿਕਸ ਹੋ ਗਏ ਦੋਨੇ, ਇਹ ਮਿਕਸਡ ਨਿਊਰੋਨ ਹੋ ਗਿਆ। ਇਹਨੇ ਮੈਸੇਜ ਵਾਪਸ ਕੀ ਕਰਨਾ, ਬੋਡੀ ਆਰਗਨ ਨੂੰ ਦੇਣਾ ਕਿ ਉਹਨੇ ਕੀ ਰਿਜ਼ਲਟ ਦਿੱਤਾ, ਮਤਲਬ ਕਿ ਰਿਸਪੌਂਸ ਕੀ ਆ। ਉਹ ਮੈਸੇਜ ਕਿਹੜੇ ਨਿਊਰੋਨ ਦੇ ਥਰੂ ਆਉਂਦਾ, ਮੋਟਰ ਨਿਊਰੋਨ ਦੇ। ਓਕੇ ਜੀ, ਤੇ ਇਹਦੇ ਤੋਂ ਬਿਨਾਂ ਦੇਖੋ ਰਾਜੇ ਇਹਦੇ 'ਚ ਮੇਨ ਇੱਕ ਚੀਜ਼ ਰਹਿ ਗਈ ਸੀ ਆਪਣੇ ਕੋਲ ਜਿਹੜੀ ਕੰਮ ਕਰਦੀ ਹੈ, ਦੈਟ ਇਜ਼ ਮਸਲਸ। ਰਿਫਲੈਕਸ ਐਕਸ਼ਨ ਦੇ ਵਿੱਚ ਮਸਲਸ ਦਾ ਕੰਮ ਵੀ ਬਹੁਤ ਜ਼ਰੂਰੀ ਆ। ਆਪਣੀ ਬੋਡੀ 'ਚ ਮੈਸੇਜ ਪਾਸ ਹੁੰਦੇ ਨੇ ਕੈਮੀਕਲ ਦੀ ਫਾਰਮ ਦੇ ਵਿੱਚ ਤੇ ਨਾਲ ਦੀ ਨਾਲ ਮਸਕੂਲਰ ਸਿਸਟਮ ਆ। ਤਾਂ ਹੁਣ ਆਪਾਂ ਕੀ ਕਰਾਂਗੇ, ਜਦੋਂ ਕੋਈ ਚੀਜ਼ ਗਰਮ ਹੁੰਦੀ ਆਪਾਂ ਫਟਾਫਟ ਆਪਣਾ ਬੋਡੀ ਪਾਰਟ ਪਿੱਛੇ ਖਿੱਚਾਂਗੇ। ਜਿੱਦਾਂ ਹੈਂਡ ਨੂੰ ਸਟੀਮ ਲੱਗੀ ਤਾਂ ਹੈਂਡ ਪਿੱਛੇ ਖਿੱਚਾਂਗੇ, ਤਾਂ ਉਹਦੇ 'ਚ ਕੌਣ ਕੰਮ ਕਰਦੀ ਆ, ਮਸਲ। ਤਾਂ ਮਸਲ ਕੀ ਹੋ ਗਏ, ਅਫੈਕਟਰ ਆਰਗਨ। ਠੀਕ ਆ ਜੀ, ਇਸ ਤਰ੍ਹਾਂ ਰਿਫਲੈਕਸ ਆਰਕ ਐਂਡ ਰਿਫਲੈਕਸ ਐਕਸ਼ਨ ਦਾ ਫਿਨੋਮੀਨਾ ਚੱਲਦਾ ਵਾ। ਇੱਕ ਚੀਜ਼ ਹੋਰ ਆ, ਜਿਹੜੀਆਂ ਸੈਂਸਰੀ ਨਿਊਰੋਨਸ ਹੁੰਦੇ ਆ ਇਹਨਾਂ ਨੂੰ ਆਪਾਂ ਏਫਰੈਂਟ ਨਿਊਰੋਨਸ ਵੀ ਬੋਲ ਸਕਦੇ ਹਾਂ ਜਾਂ ਏਫਰੈਂਟ ਨਰਵ ਫਾਈਬਰਸ ਬੋਲ ਸਕਦੇ ਹਾਂ। ਜਿਹੜੇ ਮੋਟਰ ਨੇ ਇਹਨੂੰ ਈ ਫਰੰਟ ਕਹਿ ਸਕਦੇ ਹਾਂ। ਏ ਫਰੰਟ ਮੀਨਸ ਮੈਸੇਜ ਸਟਿਮੂਲਾਈ ਜਾਂਦਾ, ਈ ਫਰੰਟ ਮੀਨਸ ਕਿ ਮੈਸੇਜ ਵਾਪਸ ਆਉਂਦਾ। ਠੀਕ ਆ ਜੀ, ਇਸੇ ਨਾਲ ਹੀ ਰਿਲੇਟਡ ਤੁਸੀਂ ਇਹ ਟੌਪਿਕ ਰਿਫਲੈਕਸ ਐਕਸ਼ਨ ਪੜ੍ਹ ਲੈਣਾ, ਸਾਰਾ ਕੁਝ ਉਹੀ ਦਿੱਤਾ ਹੋਇਆ। ਇਹਦੀ ਐਗਜ਼ਾਮਪਲ ਤੁਸੀਂ ਦੇ ਸਕਦੇ ਹੋ, ਜਾਂ ਤਾਂ ਪਾਇਰਸਿੰਗ ਆਫ ਨੀਡਲ ਕਹਿ ਸਕਦੇ ਹੋ, ਜਾਂ ਫਿਰ ਸਟਿੰਗਿੰਗ ਆਫ ਬੀ ਕਹਿ ਸਕਦੇ ਹੋ, ਜਾਂ ਫਿਰ ਕਹਿ ਸਕਦੇ ਹੋ
ਟੱਚਿੰਗ ਆਫ ਦਾ ਬੋਡੀ ਪਾਰਟ ਵਿਦ ਦਾ ਹੌਟ ਆਬਜੈਕਟ। ਇਹਦੀ ਐਗਜ਼ਾਮਪਲ ਆ। ਇਹ ਸਾਰਾ ਪੈਰਾਗ੍ਰਾਫ ਤੁਸੀਂ ਪੜ੍ਹ ਲੈਣਾ। ਅਗਰ ਤੁਹਾਨੂੰ ਕੋਈ ਵੀ ਪ੍ਰੋਬਲਮ ਹੋਈ ਤਾਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ। ਥੈਂਕ ਯੂ।